ਰਾਤ ਦਾ ਸਮਾਂ ਸੀ, ਬਿਜਲੀ ਲਿਸ਼ਕ ਰਹੀ ਸੀ, ਹਲਕਾ ਹਲਕਾ ਮੀਂਹ ਪੈ ਰਿਹਾ ਸੀ, ਬੰਦ ਕਮਰਾ ਸੀ, ਦਰਵਾਜ਼ਾ ਖੁੱਲਦਾ, ਦੋਨੇ ਲੀਡਰ ਇੱਕ ਦੂਜੇ ਦੇ ਸਾਹਮਣੇ ਬਹਿੰਦੇ ਆ। ਉਹ ਬੜਾ ਪਰੇਸ਼ਾਨ ਹੋ ਕੇ ਖਫਾ ਹੋ ਕਹਿੰਦਾ, ਲਓ ਸਰ ਮੇਰਾ ਅਸਤੀਫਾ, ਮੈਂ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਾ। ਜਿੱਥੇ ਮੇਰੀ ਇੱਜ਼ਤ ਨਹੀਂ, ਜਿੱਥੇ ਮੇਰੀ ਰਿਸਪੈਕਟ ਨਹੀਂ, ਮੈਂ ਉਸ ਪਾਰਟੀ 'ਚ ਰਹਿ ਕੇ ਕਰਨਾ ਹੀ ਕੀ ਹੈਗਾ। ਫਗਵਾੜਾ ਦੇ ਵੱਡੇ ਪੱਤਰਕਾਰ ਹੈਗੇ ਆ, ਉਹ ਜਿਹੜੇ ਆ ਨਵੇਂ ਲੀਡਰ ਜਿਹੜੇ ਆਏ ਹੈਗੇ ਆ, ਉਹ ਇਸ਼ਤਿਹਾਰ ਦੇਣ ਜਾਂਦੇ ਆ ਅਖਬਾਰ ਦੇ ਵਿੱਚ ਬਈ ਸਾਡੀ ਫੋਟੋ ਲਾਉਣੀ ਆ, ਉਸ ਲੀਡਰ ਦੀ ਫੋਟੋ ਨਹੀਂ ਲਾਉਣੀ। ਉਹ ਇਹ ਵੀ ਪਿਛਲੇ ਦਿਨਾਂ ਤੋਂ ਕਹਿ ਰਿਹਾ ਵੀ ਕੋਈ ਵੀ ਖਬਰ ਜਾਂਦੀ ਆ ਸਾਡੇ ਨਾਂ ਪਾਉਣੇ ਆ। ਜਿਹੜਾ ਪੁਰਾਣਾ ਸ਼ਹਿਰੀ ਲੀਡਰ ਹੈ, ਜਿਹੜਾ ਯੁਰਤ ਵਾਲਾ ਬੰਦਾ, ਜਿਹੜਾ ਲੜਾਈ ਲੜਦਾ ਸੀ ਕਾਂਗਰਸ ਲਈ, ਸਾਰਾ ਕੁਝ ਕਰਦਾ ਸੀ, ਤੇ ਉਹਦਾ ਨਾਂ ਨਹੀਂ ਪਾਉਣਾ। ਸੁੰਦਰ ਸ਼ਾਮ ਅਰੋੜਾ ਦੇ ਖੇਮੇ ਵਾਲੇ 7 ਕੌਂਸਲਰਾਂ ਨੂੰ ਬਣਦਾ ਮਾਣ ਨਹੀਂ ਦਿੱਤਾ ਜਾ ਰਿਹਾ। ਇੱਕ ਤਾਂ ਛੋਟੇ ਪੱਧਰ ਤੇ ਹੁੰਦੇ ਆ, ਵੱਡੇ ਪੱਧਰ ਤੇ ਜੋਗਿੰਦਰ ਸਿੰਘ ਮਾਨ ਤੇ ਬਲਵਿੰਦਰ ਸਿੰਘ ਧਾਲੀਵਾਲ ਸਿਆਸੀ ਦੁਸ਼ਮਣ ਬਣੇ ਹੋਏ ਆ। ਦਲਜੀਤ ਰਾਜੂ ਨੂੰ ਸਿੱਧੋ ਸਿੱਧਾ ਸੁਨੀਲ ਜਾਖੜ ਪ੍ਰਧਾਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਥਾਪੜਾ ਵੀ ਜਾਓ ਵੀ ਤੁਸੀਂ ਲੋਕਾਂ ਦੀ ਮਦਦ ਕਰੋ। ਹਾਲਾਂਕਿ ਉਹ ਫਤਿਹ ਕਿੱਟਾਂ ਵੰਡ ਰਹੇ ਆ, ਰਾਸ਼ਨ ਵੰਡ ਰਹੇ ਆ, ਉਹ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਹੀਂ ਰੋਕੀਆਂ ਗਈਆਂ। ਸੁੰਦਰ ਸ਼ਾਮ ਅਰੋੜਾ ਜੀ, ਰਾਣਾ ਗੁਰਜੀਤ ਸਿੰਘ, ਵੱਡੇ ਲੀਡਰ, ਧਨਾਟ ਲੀਡਰ ਜਿਹਨੂੰ ਦੁਆਬੇ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ, ਨਵਤੇਜ ਸਿੰਘ ਚੀਮਾ, ਮੈਂ ਨਾਂ ਲੈ ਕੇ ਗੱਲ ਕਰਾਂਗਾ। ਧਰਮਸੋਤ ਦੀ ਗੱਲ ਹੋਈ, ਜਿਹੜੇ ਕੇਜੀ ਹੋਟਲ ਚਲਾ ਰਹੇ, ਉਹਨਾਂ ਨੇ ਸਿੱਧੋ ਸਿੱਧੀਆਂ ਇੱਕ ਚੇਅਰਮੈਨ ਨੂੰ ਗਾਲਾਂ ਕੱਢੀਆਂ, ਪੰਜਾਬੀ 'ਚ ਕਰੀਆਂ, ਧਮਕੀ ਦਿੱਤੀਆਂ ਵੀ ਚੱਕ ਦੂੰ, ਠੋਕ ਦੂੰ, ਮੇਰੇ ਤੇ ਇੱਕ ਪਰਚਾ ਪਾਇਆ ਮੈਂ 3 ਪਰਚੇ ਪਾ ਦੂੰ, ਇਹਨੂੰ ਠੋਕ ਦਾਂਗੇ, ਉਹਨੂੰ ਚੱਕ ਦਿਆਂਗੇ, ਉਹਨੂੰ ਪਾੜ ਦਿਆਂਗੇ। ਇੱਦਾਂ ਦੀਆਂ ਗੱਲਾਂ ਉਹ ਅਕਸਰ ਕਰਦੇ ਆ। ਉਹ ਲੀਡਰੀ ਨਹੀਂ ਹੁੰਦੀ, ਉਹ ਤਾਂ ਸਿਰਫ ਬਰਸਾਤੀ ਡੱਡੂ ਹੁੰਦੇ ਆ। ਡਾਊਨ 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 ਕੀਤੀ, ਜਦੋਂ ਮੋਰੇ ਕੋਈ ਯੂਰਤ ਵਾਲਾ ਬੰਦਾ ਆ ਕੇ ਤਾਂ ਡਾਊਨ ਡਾਊਨ ਕਰਦੇ ਭੱਜ ਗਏ। ਲੀਡਰ ਉਹ ਹੁੰਦਾ ਜਿਹੜਾ ਹਰੇਕ ਦੀ ਰਿਸਪੈਕਟ ਕਰੇ। ਰਾਣੀ ਸੋਢੀ, ਰਾਜਾ ਸੋਢੀ, ਜੋਗਿੰਦਰ ਮਾਨ, ਰਾਜਾ ਸੋਢੀ, ਰਾਣੀ ਸੋਢੀ, ਬਲਵਿੰਦਰ ਸਿੰਘ ਧਾਲੀਵਾਲ, ਮਹੀਨੇ 8 ਫੇਰ ਰਹਿ गए ਆ। सांस टीवी देख रहे सारे दर्शकों का स्वागत है और आज हम बात करेंगे फगवाड़ा कांग्रेस की धड़ेबंदी की, जो दिन पर दिन बढ़ती जा रही है। ये धड़बंदी कहां तक जाएगी, इसके बारे में हम बात करने जा रहे हैं यहाँ के हरदीप सिंह तग्गड़ जी के साथ। तो तग्गड़ जी, सबसे पहले आप मुझे ये बताइए कि जो आज प्रोटेस्ट हुआ, एक तरफ जोगिंदर सिंह मान, एक तरफ कांग्रेस विधायक हमारे बलविंदर सिंह धारीवाल, आज जो प्रोटेस्ट हुआ उसको किस नज़रिए से देखते हो? ਜੀ ਬਿਲਕੁਲ, ਤੁਸੀਂ ਜਿਹੜੀ ਇਹ ਧੜੇਬੰਦੀ ਦੀ ਗੱਲ ਕਰਦੇ ਹੋ, ਧੜੇਬੰਦੀ ਤਾਂ ਤੁਸੀਂ ਸਾਰੇ ਜਾਣਦੇ ਆ। ਜੇਕਰ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਤਾਂ ਉੱਪਰਲੇ ਲੈਵਲ ਤੇ ਤਾਂ ਹਜੇ ਜਿਹੜੀ ਕਾਂਗਰਸ ਦੇ ਖਿਲਾਰੇ ਪੈਣੇ ਸ਼ੁਰੂ ਹੋਇਆ ਹੈ ਤਾਂ ਉਹੀ ਨਹੀਂ ਸਮੇਟੇ ਗਏ ਸੀ। ਇੱਕ ਪਾਸੇ ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ, ਰੰਧਾਵਾ ਸਾਹਿਬ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਜਿਹੜਾ ਕਿ ਕਾਫੀ ਖਿੱਚੋਤਾਣ ਸੀ। ਪ੍ਰਗਟ ਸਿੰਘ ਵੀ ਕਹਿ ਰਹੇ ਸੀ ਕਿ ਸਾਨੂੰ ਧਮਕੀਆਂ ਆ ਰਹੀਆਂ, ਉਹਨਾਂ ਨੇ ਵੀ ਤਿੱਖਾ ਵਿਰੋਧ ਕੀਤਾ ਸੀ। ਇਹ ਦਿੱਲੀ ਹਾਈ ਕਮਾਂਡ ਦੇ ਕੋਲ ਇਹ ਗੱਲ ਪਹੁੰਚ ਚੁੱਕੀ ਆ। ਹਜੇ ਉਹ ਖਿਲਾਰੇ ਨਹੀਂ ਸਮੇਟੇ ਗਏ ਸੀ, ਪਰ ਫਗਵਾੜਾ ਦੀ ਰਾਜਨੀਤੀ ਦੇ ਵਿੱਚ ਖਿਲਾਰੇ ਨਹੀਂ, ਪਟਾਕੇ ਕਹਿ ਲਈਏ, ਧਮਾਕੇ ਕਹਿ ਲਈਏ, ਇਹ ਪੈਣੇ ਸ਼ੁਰੂ ਹੋ ਚੁੱਕੇ ਆ। ਜੇਕਰ ਆਪਾਂ ਬੀਤੇ ਸਮੇਂ ਤੋਂ ਗੱਲ ਕਰ ਲਈਏ, ਜਦੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਬਣਿਆ, ਉਸ ਤੋਂ ਮਹੀਨਾ 2 ਮਹੀਨੇ ਬਾਅਦ ਇੱਕ ਯੂਥ ਦੀ ਇਲੈਕਸ਼ਨ ਹੁੰਦੀ ਆ। ਜਦੋਂ ਜੋਗਿੰਦਰ ਸਿੰਘ ਮਾਨ ਦੇ ਬੇਟਾ ਹਰਜੀ ਮਾਨ ਇਲੈਕਸ਼ਨ ਲੜਦੇ ਆ, ਉਸ ਤੋਂ ਬਾਅਦ ਬਲਵਿੰਦਰ ਸਿੰਘ ਧਾਲੀਵਾਲ ਇੱਕ ਦੂਜੇ ਪਾਸੇ ਇੱਕ ਨੌਜਵਾਨ ਦੀ ਮਦਦ ਕਰ ਦਿੰਦੇ ਆ ਤੇ ਇਹਨਾਂ ਦਾ ਕਾਟੋ ਕਲੇਸ਼ ਵੱਧ ਜਾਂਦਾ। ਉਸ ਤੋਂ ਬਾਅਦ ਇਹ ਇੱਕ ਦੂਜੇ ਦੇ ਵੱਡੇ ਪੱਧਰ ਤੇ, ਇੱਕ ਤਾਂ ਛੋਟੇ ਪੱਧਰ ਤੇ ਹੁੰਦੇ ਆ, ਵੱਡੇ ਪੱਧਰ ਤੇ ਜੋਗਿੰਦਰ ਸਿੰਘ ਮਾਨ ਤੇ ਬਲਵਿੰਦਰ ਸਿੰਘ ਧਾਲੀਵਾਲ ਸਿਆਸੀ ਦੁਸ਼ਮਣ ਬਣੇ ਹੋਏ ਆ। ਹਾਲਾਂਕਿ ਜੇਕਰ ਆਪਾਂ ਪ੍ਰੈਸ ਵਾਲਿਆਂ ਨੂੰ ਪੁੱਛੀਏ ਵੀ ਜਿਹੜੀ ਧੜੇਬੰਦੀ ਆ ਤੁਸੀਂ ਕੀ ਕਹੋਗੇ, ਇਹਨਾਂ ਨੇ ਬੜੇ ਸਫਾਈ ਨਾਲ ਕਹਿ ਲੈਣਾ ਸਾਡੀ ਕੋਈ ਧੜੇਬੰਦੀ ਨਹੀਂ, ਅਸੀਂ ਤਾਂ ਇੱਕ ਆ ਜੀ, ਕੈਪਟਨ ਸਾਹਿਬ, ਮਹਾਰਾਜਾ ਸਾਹਿਬ ਬੈਠੇ, ਅਸੀਂ ਤਾਂ ਚੱਲ ਰਹੇ ਆ। ਸੱਚਾਈ ਇਹ ਆ, ਕਾਫੀ ਵੱਡੇ ਪੱਧਰ ਤੇ ਫਗਵਾੜਾ ਦੇ ਵਿੱਚ ਕਾਂਗਰਸ ਦੀ ਫੁੱਟ ਪਈ ਹੋਈ ਆ। ਉਸ ਦੇ ਕਰਕੇ ਨਤੀਜੇ ਮਾੜੇ ਆ ਸਕਦੇ ਆ। ਹਜੇ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਜਾਂ ਨਹੀਂ ਹੋਣੀਆਂ ਪਤਾ ਨਹੀਂ, ਪਰ ਜਦੋਂ ਹੋਣੀਆਂ ਉਹਦੇ ਵਿੱਚ ਵੀ ਇਹ ਆਊਗਾ ਤੇ ਵਿਧਾਨ ਸਭਾ ਚੋਣਾਂ ਵੀ ਸਿਰ ਤੇ ਆ ਖੜੀਆਂ ਹੋਈਆਂ ਆ। ਹਾਈ ਕਮਾਂਡ ਵੱਡੇ ਪੱਧਰ ਤੇ ਇਹ ਦੇਖ ਰਹੀ ਆ ਕਿ ਫਗਵਾੜੇ ਫਿਰ ਟਿਕਟ ਕਿਸ ਨੂੰ ਦੇਣੀ ਆ, ਉਹਦੇ ਬਾਰੇ ਵੀ ਸੋਚ ਵਿਚਾਰਾਂ ਚੱਲ ਰਹੀਆਂ। ਪਰ ਧੜੇਬੰਦੀ ਦਾ ਕਾਰਨ ਨੁਕਸਾਨ ਬਹੁਤ ਵੱਡਾ ਹੋਣਾ। ਜਿਹੜੇ ਆਮ ਵਰਕਰ ਹੈਗੇ ਆ ਕਾਂਗਰਸ ਦੇ, ਉਹ ਬੜੇ ਖਿੱਚੋਤਾਣ ਦੇ ਵਿੱਚ ਫਸੇ ਹੋਏ ਆ। ਜੇਕਰ ਬਲਵਿੰਦਰ ਸਿੰਘ ਧਾਲੀਵਾਲ ਦੇ ਖੇਮੇ 'ਚ ਆਇਆ ਕੋਈ ਫੋਟੋ ਖਿਚਾ ਜਾਂਦਾ ਤਾਂ ਦੂਜਾ ਧੜਾ ਕਹਿ ਜਾਂਦਾ ਵੀ ਤੁਸੀਂ ਤਾਂ ਉਹਦੇ ਧੜੇ 'ਚ ਕਿਉਂ ਗਏ। ਜੇ ਕੋਈ ਜੋਗਿੰਦਰ ਸਿੰਘ ਮਾਨ ਦੇ ਖੇਮੇ ਜਾ ਕੇ ਕੋਈ ਫੋਟੋ ਖਿਚਾ ਲੈਂਦਾ, ਕਿਤੇ ਰੀਬਨ ਕੱਟ ਦੇ ਦੀ, ਤੇ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਹੋ ਜਾਂਦੀਆਂ ਤੇ ਵਰਕਰਾਂ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਆ। तग्गड़ जी, मुझे एक बात और बताइए कि 2022 का इलेक्शन, उससे पुराने हम इलेक्शन उठा के देखें, कांग्रेस की तरफ से एक तरफ राजा सोढी, दूसरी तरफ जोगेंद्र सिंह मान, रानी सोढी, मतलब कि रानी सोढी या राजा सोढी सेम है, ठीक है। धड़ेबंदी उस समय भी थी, धारीवाल साहब आए,
कांग्रेस एक हुई, आज फिर वही मुकाम पे आगे खड़ी होगी कि सब बिखर गया। उसमें एक बात मैं और इंक्लूड करना चाहूँगा, इस दौरान अगर जोगिंदर सिंह मान टिकट के लिए हल्लाशेरी उनको मिलती है, उस समय कांग्रेस की राजनीति वही पुरानी आ जाएगी कि हाँ भाई गुटबंदी और शिखरों पे चली जाएगी। ਮੈਂ ਤੁਹਾਨੂੰ ਇੱਕ ਤਾਜ਼ੀ ਗੱਲ ਦੱਸ ਦਿੰਦਾ। ਚਲੋ ਇਸ ਟੌਪਿਕ ਵੱਲ ਮੈਂ ਆਉਣਾ ਨਹੀਂ ਚਾਹੁੰਦਾ ਸੀ, ਤੁਹਾਡਾ ਸਵਾਲ ਹੈਗਾ ਤੇ ਇਹ ਗੱਲ ਵਿੱਚ ਲਿਆਉਣੀ ਬਹੁਤ ਜ਼ਰੂਰੀ ਆ। ਕੱਲ ਜਾਣੀ ਕਿ 10 ਜੂਨ ਨੂੰ ਰਾਤ ਦੇ ਕਰੀਬ 7 ਵਜੇ ਤੇਜ਼ ਹਨੇਰੀ ਝੱਖੜ ਆਏ, ਤੜ 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 ਕਰਕੇ ਬਿਜਲੀ ਵੀ ਲਿਸ਼ਕੀ। ਰਾਤ ਦਾ ਹਨੇਰਾ ਸੀ, ਹਲਕਾ ਹਲਕਾ ਮੀਂਹ ਵੀ ਪੈ ਰਿਹਾ ਸੀ। ਫਗਵਾੜਾ ਸ਼ਹਿਰੀ ਦਾ ਇੱਕ ਬਹੁਤ ਵੱਡਾ ਲੀਡਰ ਮੈਂ ਕਹਿ ਰਿਹਾ, ਬਾਕੀ ਕਈ ਲੀਡਰ ਦਾ ਜੇ ਹੁਣ ਆਏ ਆ 2-4 ਸਾਲਾਂ ਤੋਂ, ਉਹ ਆਪਣੇ ਆਪ ਨੂੰ ਲੀਡਰ ਘਰ ਹੈ, ਪਰ ਜਿਹੜਾ ਪੁਰਾਣਾ ਲੀਡਰ ਆ ਜਿਹਦੇ ਮੋਢਿਆਂ ਤੇ ਕਾਂਗਰਸ ਦਾ ਭਾਰ ਸੀ, ਜਿਹੜਾ ਮੇਅਰ ਦਾ ਦਾਅਵੇਦਾਰ ਵੀ ਹੈਗਾ, ਪਰ ਹਾਲਾਂਕਿ ਉਹ ਲੀਡਰ ਜਿਹੜੇ ਹੋਰ ਨਵੇਂ ਲੀਡਰ ਉੱਗੇ ਹੈਗੇ ਆ ਉਹਨਾਂ ਨੂੰ ਉਹ ਨਹੀਂ ਪਸੰਦ, ਉਹ ਨਹੀਂ ਚਾਹੁੰਦੇ ਕਿ ਉਹ ਲੀਡਰ ਅੱਗੇ ਆਵੇ। ਬੀਤੇ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਸ ਲੀਡਰ ਦਾ ਨਾਂ ਅਖਬਾਰਾਂ 'ਚ ਪਾਉਣਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਇੱਕ ਵੱਡੀ ਅਖਬਾਰ ਹੈਗੀ ਆ, ਫਗਵਾੜਾ ਦੇ ਵੱਡੇ ਪੱਤਰਕਾਰ ਹੈਗੇ ਆ, ਉਹ ਜਿਹੜੇ ਆ ਨਵੇਂ ਲੀਡਰ ਜਿਹੜੇ ਆਏ ਹੈਗੇ ਆ, ਮੈਂ ਤੁਹਾਨੂੰ ਦੱਸ ਰਿਹਾ, ਸਮਝਣਾ ਤੁਸੀਂ ਆ, ਸਮੇਂ ਆਉਣ ਦੇ 2-4 ਦਿਨਾਂ ਦੇ ਵਿੱਚ ਨਾਂ ਵੀ ਲੈ ਦਿੱਤੇ ਜਾਣਗੇ। ਉਹ ਜਿਹੜੇ ਨਵੇਂ ਲੀਡਰ ਉੱਠੇ ਆ, ਉਹ ਇੱਕ ਵੱਡੇ ਲੀਡਰ ਆਪਣੇ ਪੱਤਰਕਾਰ ਕੋਲ ਜਾਂਦੇ ਆ। ਵੱਡੇ ਪੱਤਰਕਾਰ ਕੋਲ ਜਾ ਕੇ ਉਹ ਲੀਡਰ ਕਹਿੰਦੇ ਆ ਵੀ ਆਹ ਤੁਹਾਨੂੰ ਅਸੀਂ ਦਿੱਤਾ ਇਸ਼ਤਿਹਾਰ ਅਖਬਾਰ ਚਲਾਉਣ ਲਈ, ਇਸ਼ਤਿਹਾਰ ਹਰ ਕੋਈ ਨੂੰ ਦਿੰਦੇ ਆ, ਦੇਣੇ ਬਣਦੇ ਵੀ ਆ, ਇਸ਼ਤਿਹਾਰ ਦੇਣਾ, ਇਸ਼ਤਿਹਾਰ ਲੈਣਾ ਕੋਈ ਗਲਤ ਗੱਲ ਨਹੀਂ, ਮੈਂ ਇਸ ਤਰੀਕੇ ਨਾਲ ਨਹੀਂ ਕਹਿ ਰਿਹਾ। ਉਹ ਇਸ਼ਤਿਹਾਰ ਦੇਣ ਜਾਂਦੇ ਆ ਅਖਬਾਰ ਦੇ ਵਿੱਚ, ਬਈ ਸਾਡੀ ਫੋਟੋ ਲਾਉਣੀ ਆ, ਉਸ ਲੀਡਰ ਦੀ ਫੋਟੋ ਨਹੀਂ ਲਾਉਣੀ। ਉਹ ਇਹ ਵੀ ਪਿਛਲੇ ਦਿਨਾਂ ਤੋਂ ਕਹਿ ਰਿਹਾ ਵੀ ਕੋਈ ਵੀ ਖਬਰ ਜਾਂਦੀ ਆ ਸਾਡੇ ਨਾਂ ਪਾਉਣੇ ਆ, ਜਿਹੜਾ ਪੁਰਾਣਾ ਸ਼ਹਿਰੀ ਲੀਡਰ ਹੈ, ਜਿਹੜਾ ਯੁਰਤ ਵਾਲਾ ਬੰਦਾ, ਜਿਹੜਾ ਲੜਾਈ ਲੜਦਾ ਸੀ ਕਾਂਗਰਸ ਲਈ, ਸਾਰਾ ਕੁਝ ਕਰਦਾ ਸੀ, ਤੇ ਉਹਦਾ ਨਾਂ ਨਹੀਂ ਪਾਉਣਾ। ਉਸ ਤੋਂ ਬਾਅਦ ਉਸ ਸ਼ਹਿਰੀ ਵੱਡੇ ਲੀਡਰ ਨੇ ਕੱਲ ਪਰੇਸ਼ਾਨ ਹੋ ਕੇ ਫਗਵਾੜਾ ਦੇ ਜਿਹੜੇ ਵੱਡੇ ਲੀਡਰ ਕਮਾਂਡ ਕਰ ਰਹੇ ਹੈਗੇ ਆ ਕਾਂਗਰਸ ਪਾਰਟੀ ਨੂੰ, ਉਹਨਾਂ ਦੇ ਘਰ ਜਾਂਦਾ। ਰਾਤ ਦਾ ਸਮਾਂ ਸੀ, ਬਿਜਲੀ ਲਿਸ਼ਕ ਰਹੀ ਸੀ, ਹਲਕਾ ਹਲਕਾ ਮੀਂਹ ਪੈ ਰਿਹਾ ਸੀ, ਬੰਦ ਕਮਰਾ ਸੀ, ਦਰਵਾਜ਼ਾ ਖੁੱਲਦਾ, ਦੋਨੇ ਲੀਡਰ ਇੱਕ ਦੂਜੇ ਦੇ ਸਾਹਮਣੇ ਬਹਿੰਦੇ ਆ। ਉਹ ਬੜਾ ਪਰੇਸ਼ਾਨ ਹੋ ਕੇ ਖਫਾ ਹੋ ਕਹਿੰਦਾ, ਲਓ ਸਰ ਮੇਰਾ ਅਸਤੀਫਾ, ਮੈਂ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਾ, ਜਿੱਥੇ ਮੇਰੀ ਇੱਜ਼ਤ ਨਹੀਂ, ਜਿੱਥੇ ਮੇਰੀ ਰਿਸਪੈਕਟ ਨਹੀਂ, ਮੈਂ ਉਸ ਪਾਰਟੀ 'ਚ ਰਹਿ ਕੇ ਕਰਨਾ ਹੀ ਕੀ ਹੈਗਾ। ਕਹਿਣ ਤੋਂ ਭਾਵ ਇਹ ਆ, ਇਹ ਹਜੇ ਮੈਂ ਕੱਲ ਦੀ ਗੱਲ ਕਰ ਰਿਹਾ, 10 ਜੂਨ 2021 ਦਿਨ ਕੀ ਸੀ, ਵੀਰਵਾਰ, ਇਹ ਟਾਈਮਿੰਗ ਰਾਤ ਦਾ ਸਮਾਂ ਸੀਗਾ। ਸੋ ਕਹਿਣ ਤੋਂ ਭਾਵ ਜੇ ਉਹ ਲੀਡਰ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਜਾਂ ਉਹ ਪਿੱਛੇ ਆਪ ਹਟ ਜਾਂਦਾ ਤੇ ਪਟਾਕੇ ਬੜੇ ਵੱਡੇ ਪੈਣੇ ਆ, ਖੜਕਾ ਬੜਾ ਹੋਣਾ ਆ, ਫਗਵਾੜੇ ਦੇ ਨਾਲ ਨਾਲ ਚੰਡੀਗੜ੍ਹ ਤੱਕ ਹਿੱਲਣਾ ਆ। ਇੱਕ ਵੱਡਾ ਨੁਕਸਾਨ ਇਹ ਹੋ ਸਕਦਾ ਆ, ਦੂਜੇ ਪਾਸੇ ਸੁੰਦਰ ਸ਼ਾਮ ਅਰੋੜਾ ਜਿਹੜੇ ਕੈਬਨਿਟ ਮੰਤਰੀ ਹੈਗੇ ਪੰਜਾਬ ਸਰਕਾਰ ਦੇ, ਦੁਨੀਆ ਇੱਧਰ ਤੋਂ ਇੱਧਰ ਹੋ ਜਾਂਦੀ ਆ, ਸੁੰਦਰ ਸ਼ਾਮ ਅਰੋੜਾ ਦੇ ਮੂੰਹ ਵਿੱਚੋਂ ਜਿਹੜਾ ਸ਼ਬਦ ਨਿਕਲ ਜਾਂਦਾ ਉਹ ਇੱਧਰ ਉੱਧਰ ਨਹੀਂ ਹੁੰਦਾ। ਉਹ ਇੱਕ ਕਮਿਟਡ ਲੀਡਰ ਹੈਗੇ ਆ, ਵੱਡੇ ਲੀਡਰ ਆ, ਕੈਪਟਨ ਸਾਹਿਬ ਦੇ ਨਜ਼ਦੀਕੀ ਆ, ਤੇ ਉਹਨਾਂ ਨੇ ਹੁਣ ਜਦੋਂ ਜਿਮਨੀ ਚੋਣ ਇੱਥੇ ਹੋਈ ਸੀਗੀ, ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਇਲੈਕਸ਼ਨ ਵਿੱਚ ਖੜੇ ਸੀ, ਸਾਰੀ ਤਾਕਤ ਉਹਨਾਂ ਨੇ ਲਾਈ ਸੀ। ਐਡੀ ਦੁਰਦਸ਼ਾ ਕਦੇ ਵੀ ਬੀਜੇਪੀ ਦੀ ਫਗਵਾੜਾ ਦੇ ਵਿੱਚ ਨਹੀਂ ਹੋਈ ਸੀ, ਜਿੱਡੀ ਦੁਰਦਸ਼ਾ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਕੰਮਾਂ ਦੇ ਤਰੀਕੇ ਨਾਲ ਕਰ ਦਿੱਤੀ। ਸੁੰਦਰ ਸ਼ਾਮ ਅਰੋੜਾ ਨੇ ਇਲੈਕਸ਼ਨ ਸਮੇਂ ਕੁਝ ਕਮਿਟਮੈਂਟ ਕੀਤੀਆਂ ਹੋਈਆਂ ਸੀ ਵੀ ਮੈਂ ਤੁਸੀਂ ਸਪੋਰਟ ਕਰੋ, ਵੀ ਤੁਹਾਡੀ ਆ ਅਸੀਂ ਤੁਹਾਨੂੰ ਅਹੁਦੇ ਦੇਵਾਂਗੇ, ਉਹ ਦੇਵਾਂਗੇ। ਸੁੰਦਰ ਸ਼ਾਮ ਅਰੋੜਾ ਦੇ ਸਦਕਾ ਬੀਜੇਪੀ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ 7 ਕੌਂਸਲਰ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀਗੇ। ਜਦੋਂ ਉਹ ਸ਼ਾਮਲ ਹੋਏ ਸੀ ਤੇ ਸੁੰਦਰ ਸ਼ਾਮ ਅਰੋੜਾ ਨੇ ਵਾਅਦਾ ਕੀਤਾ ਸੀ ਵੀ ਵੀਰੋ ਭੈਣੋ ਤੁਸੀਂ ਆਏ ਹੋ ਸਾਡੀ ਪਾਰਟੀ 'ਚ, ਤੁਹਾਨੂੰ ਰਿਸਪੈਕਟ ਦੇਵਾਂਗੇ, ਤੁਹਾਡੀ ਪੈਠ ਨਹੀਂ ਲੱਗਣ ਦੇਵਾਂਗੇ, ਤੁਸੀਂ ਸਾਡੀ ਸਪੋਰਟ ਕੀਤੀ ਆ, ਅਸੀਂ ਤੁਹਾਡੇ ਨਾਲ ਚੱਲਾਂਗੇ। ਹਾਲਾਂਕਿ ਉਹਨਾਂ ਨੂੰ ਜਦੋਂ ਕੰਮ ਹੁੰਦੇ ਤਾਂ ਸੁੰਦਰ ਸ਼ਾਮ ਅਰੋੜਾ 1 ਮਿੰਟ ਦੇ ਵਿੱਚ ਖੜ ਕੇ ਅਫਸਰਾਂ ਨੂੰ ਫੋਨ ਵੀ ਕਰਦੇ, ਕੰਮ ਵੀ ਕਰਵਾਉਂਦੇ ਆ। ਪਰ ਉਹ ਜਿਹੜੇ 7 ਕੌਂਸਲਰ ਸੁੰਦਰ ਸ਼ਾਮ ਅਰੋੜਾ ਦੇ ਖੇਮੇ 'ਚ ਅੱਜ ਵੀ ਮੰਨੇ ਜਾਂਦੇ ਆ, ਉਹਨਾਂ ਦੀ ਵੀ ਦੁਰਦਸ਼ਾ ਪੂਰੀ ਹੋ ਰਹੀ ਆ। ਸੁੰਦਰ ਸ਼ਾਮ ਅਰੋੜਾ ਦੇ ਖੇਮੇ ਵਾਲੇ 7 ਕੌਂਸਲਰਾਂ ਨੂੰ ਬਣਦਾ ਮਾਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੇ ਵਿੱਚ ਵੀ ਗੁੱਸਾ ਫਟ ਰਿਹਾ ਆ। ਇਹ ਜਵਾਲਾ 2-4 ਦਿਨ 5 ਦਿਨ 7 ਦਿਨਾਂ ਦੇ ਵਿੱਚ ਨਿਕਲ ਕੇ ਆ ਜਾਣਾ। ਕਾਂਗਰਸ ਪਾਰਟੀ ਦੇ ਵਿੱਚ ਫਗਵਾੜੇ ਐਡਾ ਵੱਡਾ ਬਲਾਸਟ ਹੋਣਾ, ਉਹ ਸਾਂਭਿਆ ਜਾਣਾ। ਇਹ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਆ ਸਟੀਕ ਜਾਣਕਾਰੀ ਆ, ਇਹ ਸੂਤਰਾਂ ਦੀ ਜਾਣਕਾਰੀ ਨਹੀਂ। ਬੰਦ ਕਮਰੇ ਦੇ ਵਿੱਚ ਲਾਈਟਾਂ ਬੰਦ ਵੀ ਜਦੋਂ ਹੋ ਜਾਂਦੀਆਂ ਸਾਨੂੰ ਉਹ ਵੀ ਜਾਣਕਾਰੀ ਮਿਲ ਜਾਂਦੀ। ਜੇ ਕੋਈ ਬਾਈ ਸਾਨੂੰ ਕੋਈ ਵੀਰ ਚੈਲੰਜ ਕਰੇਗਾ ਤਾਂ ਮੈਂ ਨਾਂ ਲੈ ਕੇ ਉਹ ਵੀ ਸਾਹਮਣੇ ਲਿਆਵਾਂਗਾ। ਹਲੇ ਮੈਂ ਕਈ ਗੱਲਾਂ ਨਹੀਂ ਕਰਦਾ ਕਿਉਂਕਿ ਸਿਆਸਤ ਹੁੰਦੀ ਆ, ਲੀਡਰਸ਼ਿਪ ਹੁੰਦੀ ਆ, ਇੱਕ ਦੂਜੇ ਦੇ ਜਾਣਾ ਆਉਣਾ, ਤੇ ਇਹਦਾ ਹਜੇ ਥੋੜ੍ਹਾ ਜਿਹਾ ਆਪਾਂ ਲੁਕੋ ਰੱਖ ਲਈਏ ਤਾਂ ਇਹ ਮੈਂ ਤੁਹਾਨੂੰ ਦੱਸ ਰਿਹਾ। ਖਲਾਰੇ ਪੈ ਰਹੇ ਆ, ਵੱਡਾ ਕੰਮ ਹੋ ਰਿਹਾ ਆ।
ਦਿਹਾਤੀ ਪ੍ਰਧਾਨ ਦਲਜੀਤ ਰਾਜੂ ਨੂੰ ਹੀ ਭਾਜਣਾ ਪਾਈਆਂ ਹੋਈਆਂ ਆ, ਜ਼ਿਲ੍ਹਾ ਕੋਆਰਡੀਨੇਟਰ ਬਣਾਏ ਆ ਦਲਜੀਤ ਰਾਜੂ ਨੂੰ ਸਿੱਧਾ ਸੁਨੀਲ ਜਾਖੜ ਪ੍ਰਧਾਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਥਾਪੜਾ ਵੀ ਜਾਓ ਵੀ ਤੁਸੀਂ ਲੋਕਾਂ ਦੀ ਮਦਦ ਕਰੋ। ਹਾਲਾਂਕਿ ਉਹ ਫਤਿਹ ਕਿੱਟਾਂ ਵੰਡ ਰਹੇ ਆ, ਰਾਸ਼ਨ ਵੰਡ ਰਹੇ ਆ, ਉਹ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਹੀਂ ਰੋਕੀਆਂ ਗਈਆਂ। ਜੋਗਿੰਦਰ ਸਿੰਘ ਮਾਨ ਦੀ ਧੜੇਬੰਦੀ ਵੱਧ ਰਹੀ ਆ। ਹੋਣਾ ਕੀ ਹੈਗਾ, ਸੁੰਦਰ ਸ਼ਾਮ ਅਰੋੜਾ ਜੀ, ਰਾਣਾ ਗੁਰਜੀਤ ਸਿੰਘ, ਵੱਡੇ ਲੀਡਰ ਧਨਾਟ ਲੀਡਰ ਜਿਹਨੂੰ ਦੁਆਬੇ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ, ਨਵਤੇਜ ਸਿੰਘ ਚੀਮਾ, ਉਹ ਨਾਂ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਅੱਖਾਂ ਮੀਟ ਕੇ ਯਕੀਨ ਕਰਦੇ ਆ ਵੀ ਚੀਮਾ ਸਾਹਿਬ ਜੋ ਕਰਦੇ ਹੋ ਕਰਦੇ। ਸੁਲਤਾਨਪੁਰ ਦੀ ਪਵਿੱਤਰ ਨਗਰੀ ਵਿੱਚ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਆ, ਸੰਗਤਾਂ ਨੂੰ ਵੀ ਉਹਨਾਂ ਨੇ ਕਈ ਫੈਸਿਲਿਟੀਆਂ ਦਿੱਤੀਆਂ। ਇਸ ਕਰਕੇ ਉਹ ਸਾਰਿਆਂ ਦਾ ਪਿਆਰ ਜੋਗਿੰਦਰ ਸਿੰਘ ਮਾਨ ਦੇ ਨਾਲ ਬਣਿਆ ਹੋਇਆ ਆ। ਹਾਲਾਤ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਹੋ ਸਕਦੇ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰਾਣੀ ਸੋਢੀ, ਰਾਜਾ ਸੋਢੀ, ਜੋਗਿੰਦਰ ਮਾਨ, ਰਾਜਾ ਸੋਢੀ, ਰਾਣੀ ਸੋਢੀ, ਬਲਵਿੰਦਰ ਸਿੰਘ ਧਾਲੀਵਾਲ, ਮਹੀਨੇ 8 ਫੇਰ ਰਹਿ ਗਏ ਆ, 2022 ਆ ਗਿਆ। ਸਮਾਂ ਕੁਝ ਵੀ ਹੋ ਸਕਦਾ, ਕਿਸੇ ਲਈ ਵੀ ਕੁਝ ਹੋ ਸਕਦਾ। ਲੀਡਰ ਉਹੀ ਰਹੂਗਾ, ਲੀਡਰ ਉਹੀ ਕਾਮਯਾਬ ਰਹੂਗਾ ਜੋ ਆਪਣੇ ਵਰਕਰਾਂ ਦੀ, ਆਪਣੇ ਲੀਡਰਾਂ ਦੀ ਪਹਿਚਾਣ ਕਰੇ, ਧਮਕੀਆਂ ਦੇਣੀਆਂ ਛੱਡ ਦੇਣ। ਵੀ ਜੇਕਰ ਕੋਈ ਇਹ ਬੋਲੇਗਾ ਉਹਨੂੰ ਕਹੇਗਾ ਚੁੱਪ ਕਰ, ਤੈਨੂੰ ਠੋਕ ਦਿਆਂਗੇ, ਤੂੰ ਚੁੱਪ ਕਰ, ਠੋਕ ਦਿਆਂਗੇ। ਅੱਜ ਕੱਲ ਕਿਹੜਾ ਚੁੱਪ ਹੁੰਦਾ, ਕਿਹੜਾ ਠੋਕ ਹੁੰਦਾ, ਹਨਾ। ਸਾਰੇ ਸਮਾਰਟ ਹੈ ਅੱਜ ਕੱਲ। ਸੋ ਬੜੇ ਨਾਜ਼ੁਕ ਹਾਲਾਤ ਹੈ ਕਾਂਗਰਸ ਦੇ। 2022 कांग्रेस वर्सेस बीजेपी के अंदर भी चल रहा है। कांग्रेस के अंदर आप क्या देख रहे हो कि कौन सा चेहरा निकल के आ सकता है कि हाँ भाई 10 ये इस राह पे जाएगा कि हाँ भाई ये कांग्रेस जो सीट यहाँ से चाहती है वो उसको मिल सके। ਸੱਚ ਇਹ ਆ, ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਪਤਾ ਫਗਵਾੜੇ ਦਾ ਚਿਹਰਾ ਕੌਣ ਹੋਵੇਗਾ ਜਿਨ੍ਹਾਂ ਨੇ ਟਿਕਟਾਂ ਦੇਣੀਆਂ। ਰਾਹੁਲ ਗਾਂਧੀ ਨੂੰ ਵੀ ਨਹੀਂ ਪਤਾ ਵੀ ਚਿਹਰਾ ਕੌਣ ਆ, ਕਿਸੇ ਨੂੰ ਕੀ ਹੋਣਾ, ਮੈਨੂੰ ਕੀ ਪਤਾ ਹੋਣਾ। ਅਸੀਂ ਬੀਜੇਪੀ ਕਾਂਗਰਸ ਦੀ ਗੱਲ ਸਿਰਫ ਤਾਂ ਕਰਦੇ ਹਾਂ ਕਰਕੇ ਤੁਸੀਂ ਫਗਵਾੜੇ ਦੀ ਗੱਲ ਕਰਦੇ ਹੋ। ਫਗਵਾੜੇ ਦੇ ਵਿੱਚ ਬੀਜੇਪੀ ਤੇ ਕਾਂਗਰਸ ਆ। ਹਾਲਾਂਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਪਾਰਟੀ ਆ, ਵੱਡਾ ਰਾਜ ਕੀਤਾ ਉਹਨਾਂ ਦੇ ਵਿੱਚ, ਇਦਾਂ ਫੈਸਲੇ ਲਏ ਜਾਂਦੇ ਆ। ਪਰ ਜਿਹੜੀ ਬੀਜੇਪੀ ਦੀ ਗੱਲ ਕਰ ਲਈਏ, ਅਸੀਂ ਬੀਜੇਪੀ ਦੀ ਵੀ ਇਹ ਗੱਲ ਆ, ਪੰਜਾਬ ਦੇ ਵਿੱਚ ਬਹੁਤ ਤਰਸਯੋਗ ਹਾਲਾਤ ਆ। ਜੋ ਲੱਗ ਰਿਹਾ ਵੀ 1-2 ਐਮਐਲਏ ਆਉਣੇ ਵੀ ਬੜੇ ਔਖੇ ਹੈਗੇ ਆ ਫਗਵਾੜੇ ਦੇ ਵਿੱਚ, ਨਹੀਂ ਪੰਜਾਬ ਦੇ ਵਿੱਚ। ਪਰ ਗੱਲ ਇਹ ਆ ਜੇ ਬੀਜੇਪੀ ਦੇ ਹਾਲਾਤ ਮਾਰੇ ਆ ਤਾਂ ਹਾਲਾਤ ਚੰਗੇ ਕਾਂਗਰਸ ਦੇ ਵੀ ਹੈ ਨਹੀਂ। ਕਾਂਗਰਸ ਦਾ ਦਿਵਾਲਾ ਨਿਕਲਿਆ ਹੋਇਆ ਆ, ਧਮਾਕੇ ਹੋਣੇ ਆ। ਬਸ ਦਿਨ, ਮਹੀਨੇ ਨਹੀਂ, ਦਿਨ ਜਾਂ ਕੁਝ ਹਫ਼ਤੇ ਵੇਟ ਕਰੋ। ਜਿਹੜੇ ਮੈਂ ਲੀਡਰ ਦੀ ਗੱਲ ਕੀਤੀ ਆ, ਜਿਹੜਾ ਲੀਡਰ ਅਸਤੀਫਾ ਦੇਣ ਗਿਆ, ਹਾਲਾਂਕਿ ਪਹਿਲਾਂ ਵੀ ਕਈ ਚੀਜ਼ਾਂ ਹੋਈਆਂ, ਕਈ ਆਡੀਓ ਵਾਇਰਲ ਹੋਈਆਂ। ਮੈਂ ਨਾਂ ਲੈ ਕੇ ਗੱਲ ਕਰਾਂਗਾ, ਧਰਮਸੋਤ ਦੀ ਗੱਲ ਹੋਈ, ਜਿਹੜੇ ਕੇਜੀ ਹੋਟਲ ਚਲਾ ਰਹੇ, ਉਹਨਾਂ ਨੇ ਸਿੱਧੀਆਂ ਇੱਕ ਚੇਅਰਮੈਨ ਨੂੰ ਗਾਲਾਂ ਕੱਢੀਆਂ, ਪੰਜਾਬੀ 'ਚ ਕਰੀਆਂ, ਧਮਕੀ ਦਿੱਤੀਆਂ ਵੀ ਚੱਕ ਦੂੰ, ਠੋਕ ਦੂੰ, ਮੇਰੇ ਤੇ 1 ਪਰਚਾ ਪਾਇਆ, ਮੈਂ 3 ਪਰਚੇ ਪਾ ਦੂੰ। ਪਰ ਉਹ ਇੱਕ ਜਿਹੜਾ ਸੁਲਝਿਆ ਇਹਨਾਂ ਦੇ ਵਿੱਚ ਲੀਡਰ ਹੈਗਾ, ਉਹ ਜਾ ਕੇ ਉਹਨੂੰ ਮਨਾ ਕੇ ਆਇਆ ਵੀ ਨਹੀਂ ਬਈ ਇਦਾਂ ਨਹੀਂ ਕਰਨਾ, ਤੂੰ ਕਰ। ਉਹ ਇੱਕ ਦੂਜੇ ਨੂੰ ਰੋਕਿਆ। ਜੇਕਰ ਉਹ ਲੀਡਰ ਦੇ ਹੱਥ ਦੇ ਵਿੱਚ ਕਮਾਂਡ ਰਹਿੰਦੀ ਆ, ਰਿਸਪੈਕਟ ਰਹਿੰਦੀ ਆ, ਤੇ ਉਹ ਲੀਡਰ ਸਾਰਾ ਸਮੇਟ ਸਕਦਾ ਆ ਤੇ ਰੁਕ ਸਕਦਾ ਕੰਮ। ਇਹ ਨਹੀਂ ਵੀ ਖਲਾਰੇ ਪਏ ਆ। ਪਰ ਜੇ ਉਹਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ, ਸੁੰਦਰ ਸ਼ਾਮ ਅਰੋੜਾ ਮੰਤਰੀ ਸਾਹਿਬ ਦੇ 7 ਬੰਦਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਕੋਈ ਹੋਰ ਬੰਦਾ ਚੱਲ ਗਿਆ ਉਹਨੂੰ ਅੱਖੋਂ ਪਰੋਖੇ ਕੀਤਾ ਗਿਆ, ਫਿਰ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ, ਕੋਈ ਕਿਸੇ ਨੇ ਕਿਸੇ ਦੇ ਕੰਮ ਨਹੀਂ ਆਉਣਾ। ਤੇ ਪਟਾਕੇ ਇੰਨੇ ਕੁ ਜ਼ਿਆਦਾ ਪੈਣਗੇ ਵੀ ਸਾਂਭੇ ਨਹੀਂ ਜਾਣੇ। ये पटाखे कब तक बच सकते हैं, क्योंकि 2022 ज़्यादा दिन नहीं रह गए, महीने रह गए, सॉरी ज़्यादा महीने नहीं रहते। उसके अंदर फवाड़ा के अंदर जो तहलके आप कह रहे हो कि 8-10 दिन के अंदर होने हैं, रुक गए। आपके कहने की कि हाँ कि कुछ बंदे ऐसे हैं जो रोक सकते हैं, नहीं रुकते, डिस्ट्रीब्यूट होना है, तगड़ा होना है। ਨਿਤਨ ਜੀ, ਮੈਂ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ, ਜਿਹੜੀ ਗੱਲ ਕਰ ਰਿਹਾ ਸੱਚੀ ਗੱਲ ਕਰ ਰਿਹਾ। ਮੈਂ ਫੇਰ ਕਹਿੰਦਾ ਜੇ ਕਿਸੇ ਨੂੰ ਗੱਲ ਹੋਵੇ ਤਾਂ ਮੈਂ ਕਲੀਅਰ ਟੇਬਲ ਤੇ ਬਹਿ ਕੇ ਵੀ ਦੱਸ ਦੂੰਗਾ ਵੀ ਆਪ ਲੈ ਦੂੰਗਾ। ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਕਾਂਗਰਸ ਦੇ ਸਾਬਕਾ ਕੌਂਸਲਰ ਜਿਨ੍ਹਾਂ ਨਾਲ ਮੈਂ ਮਿਲਿਆ ਗਿਲਿਆ, ਇੱਦਾਂ ਬੈਠੇ ਆ, ਮੈਂ ਉਹਨਾਂ ਦੇ ਦੁੱਖ ਦਰਦ ਸੁਣਿਆ। ਉਹਨੇ ਦੱਸਿਆ ਵੀ ਯਾਰ ਬੜੀ ਪਰੇਸ਼ਾਨੀ ਆ, ਇੱਥੇ ਆ ਹੋ ਰਿਹਾ, ਉਹ ਹੋ ਰਿਹਾ, ਧੜੇਬੰਦੀ ਆ। ਉਹ ਸਾਰੇ ਕੌਂਸਲਰ ਬੜੇ ਇਮਾਨਦਾਰ ਆ, ਕੈਪਟਨ ਸਾਹਿਬ ਦੀ ਇੱਜ਼ਤ ਕਰਦੇ ਆ, ਸੋਨੀਆ ਗਾਂਧੀ, ਰਾਹੁਲ ਗਾਂਧੀ। ਉਹ ਕਹਿੰਦੇ ਵੀ ਅਸੀਂ ਯਾਰ ਪਾਰਟੀ ਬਚਾਉਣੀ ਆ, ਵੀ ਇੱਥੇ ਬੀਜੇਪੀ ਦਾ ਰਾਜ ਰਿਹਾ, ਮਸਾਂ ਹੀ ਸਾਨੂੰ ਐਮਐਲਏ ਦੀ ਕੁਰਸੀ ਮਿਲੀ ਆ, ਅਸੀਂ ਚਾਹੁੰਦੇ ਆ ਸਦਾ ਹੀ ਐਮਐਲਏ ਕਾਂਗਰਸ ਦਾ ਰਹੇ। ਪਰ ਉਹ ਕਹਿੰਦੇ ਹਾਲਾਤ ਇਦਾਂ ਦੇ ਬਣੇ ਆ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸ ਤਰ੍ਹਾਂ ਬੜੀ ਪਰੇਸ਼ਾਨੀ ਦੇ ਵਿੱਚ ਉਹ ਸਾਹਮਣਾ ਕਰ ਰਹੇ ਆ। ਸੋ ਕਹਿਣ ਤੋਂ ਭਾਵ ਕਿਸੇ ਵੀ ਸਮੇਂ ਪਟਾਕੇ ਪੈ ਸਕਦੇ ਆ। ਲਾਸਟ 'ਚ ਆਪਾਂ ਇਹਨੂੰ ਸਮੇਟੀਏ, ਹੁਣ ਜਿੰਨੀਆਂ ਮਰਜ਼ੀ ਲੰਬੀਆਂ ਗੱਲਾਂ ਕਰਾਂਗੇ। ਜਿਹੜੀ ਤੁਸੀਂ ਅੱਜ ਦੀ ਆਹ ਚਰਚਾ ਕੀਤੀ ਸੀਗੀ, ਬੜੇ ਜਿਹੜੇ ਪ੍ਰਦਰਸ਼ਨ ਵੱਖੋ ਵੱਖਰੇ ਹੋਏ ਆ, ਇਹ ਨਵੀਂ ਗੱਲ ਨਹੀਂ ਹੈਗੀ। ਜਿਹੜੇ ਕੁਝ ਲੋਕ ਆਪਣੇ ਆਪ ਨੂੰ ਲੀਡਰ ਕਹਾਉਂਦੇ ਆ, ਜਿਹੜੇ ਕਹਿੰਦੇ ਵੀ ਇਲੈਕਸ਼ਨਾਂ ਹੋਣੀਆਂ ਜੀ, ਇਲੈਕਸ਼ਨਾਂ ਜਿੱਤ ਜਾਣੀਆਂ, ਅਸੀਂ ਮੇਅਰ ਬਣ ਜਾਣਾ, ਕੁਰਸੀ ਪੱਕੀ ਆ, ਜਾਂ ਇਹਨੂੰ ਠੋਕ ਦਾਂਗੇ, ਉਹਨੂੰ ਚੱਕ ਦਿਆਂਗੇ, ਉਹਨੂੰ
ਪਾੜ ਦਿਆਂਗੇ, ਇਦਾਂ ਦੀਆਂ ਗੱਲਾਂ ਉਹ ਅਕਸਰ ਕਰਦੇ ਆ। ਉਹ ਲੀਡਰੀ ਨਹੀਂ ਹੁੰਦੀ, ਉਹ ਤਾਂ ਸਿਰਫ ਬਰਸਾਤੀ ਡੱਡੂ ਹੁੰਦੇ ਆ। ਡਾਊਨ 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 ਕੀਤੀ, ਜਦੋਂ ਮੋਰੇ ਕੋਈ ਯੂਰਤ ਵਾਲਾ ਬੰਦਾ ਆ ਕੇ ਤਾਂ ਡਾਊਨ ਡਾਊਨ ਕਰਦੇ ਭੱਜ ਗਏ। ਲੀਡਰ ਉਹ ਹੁੰਦਾ ਜਿਹੜਾ ਹਰੇਕ ਦੀ ਰਿਸਪੈਕਟ ਕਰੇ, ਇੱਜ਼ਤ ਕਰੇ, ਆਪਣੇ ਲੈਵਲ ਨੂੰ ਵੀ ਬਹਾ ਰੱਖੇ। ਜਿਹੜੇ ਆਮ ਲੋਕ ਜਿਨ੍ਹਾਂ ਨਾਲ ਤੁਸੀਂ ਵਾਅਦਾ ਕੀਤਾ ਆ ਉਹਨਾਂ ਦੀ ਤੁਸੀਂ ਗੱਲ ਕਰੋ, ਤੁਸੀਂ ਉਹਨਾਂ ਦੇ ਕੰਮ ਕਰੋ। ਲੋਕ ਆਸਾਂ ਤੇ ਆਏ ਹੁੰਦੇ ਆ। ਜੇਕਰ ਤੁਸੀਂ ਪੁਰਾਣੇ ਲੀਡਰਾਂ ਨੂੰ ਭਜਾ ਦਿਓਗੇ, ਇਹਨੂੰ ਚੱਕ ਦਿਓ ਜੀ, ਇਹਨੂੰ ਕਰ ਦਿਓ, ਅਖਬਾਰ 'ਚ ਨਾਂ ਨਹੀਂ ਪਾਉਣਾ, ਜਾਂ ਕਈ ਵੱਡੇ ਪੱਤਰਕਾਰਾਂ ਕੋਲ ਜਾ ਕੇ ਇਸ਼ਤਿਹਾਰ ਦੇ ਦਿਓ ਥੋੜ੍ਹੇ ਬਹੁਤੇ, ਤੁਸੀਂ ਕਹਿ ਦਿਓ ਜੀ ਇਹਦੇ ਵਿੱਚ ਤਾਂ ਜੀ ਇਸ ਲੀਡਰ ਦਾ ਨਾਂ ਨਹੀਂ ਪਾਉਣਾ, ਛੋਟੀ ਰਾਜਨੀਤੀ ਹੁੰਦੀ ਆ। ਪਰ ਉਸ ਲੀਡਰ ਦੇ ਉੱਤੇ ਸ਼ਹਿਰ ਦੀ ਸਿਆਸਤ ਟਿਕੀ ਆ, ਕਿਸੇ ਵੇਲੇ ਵੀ ਪਟਾਕੇ ਪੈ ਸਕਦੇ ਆ। ਜੇ ਉਸ ਨੂੰ ਨਹੀਂ ਸਾਂਭਿਆ ਗਿਆ, ਮੈਂ ਬਾਰ-ਬਾਰ ਕਹਿੰਦਾ, ਜੇ ਨਹੀਂ ਸਾਂਭਿਆ ਗਿਆ 10-15 ਦਿਨਾਂ ਦੇ ਵਿੱਚ ਤੁਹਾਨੂੰ ਮੈਂ ਇੱਥੇ ਖਲਾਰੇ ਪਏ ਦਿਖਾ ਦਿਆਂਗਾ। ये थे हमारे साथ हरदीप सिंह तक्कड़, जो कांग्रेस के अंदर गुटबंदी चल रही थी उसके बारे में हमको जानकारी दी। ऐसी और राजनीति पार्टियों के लेखा जोखा लेके हम तुम्हारे साथ रूबरू होते रहेंगे। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।